ਸਤਿ ਸ਼੍ਰੀ ਅਕਾਲ ਜੀ। ਵੌਇਸ ਆਫ ਇੰਡੀਆ ਮੀਡੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰਾ ਜਾਨੀ ਕਿ ਵਰਿੰਦਰ ਭਿੰਡਰ ਦਾ ਅਤੇ ਪੂਰੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ, ਵੈਲਕਮ ਕਰਦੇ ਹਾਂ ਜੀ। ਹਮੇਸ਼ਾ ਦੀ ਤਰ੍ਹਾਂ ਅਸੀਂ ਗਰਾਊਂਡ ਜ਼ੀਰੋ ਪ੍ਰੋਗਰਾਮ ਲੈ ਕੇ ਤੁਹਾਡੇ ਹਾਜ਼ਰ ਹੁੰਦੇ ਰਹਿੰਦੇ ਹਾਂ ਤੇ ਪਲ-ਪਲ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ। ਜੋ ਵੀ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੁੰਦੀ ਆ ਉਹ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਰੋਜ਼ਾਨਾ ਦੀ ਤਰ੍ਹਾਂ ਅੱਜ ਫਿਰ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਸਰਦਾਰ MP ਸਿੰਘ ਜੀ। ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਟੂਡੀਓ ਦੇ ਵਿੱਚ। ਮਿਹਰਬਾਨੀ ਭਿੰਡਰ ਸਾਹਿਬ, ਥੈਂਕ ਯੂ ਵੈਰੀ ਮਚ ਸਮਾਂ ਦੇਣ ਦੇ ਲਈ। ਔਰ ਕਿਸਾਨੀ ਅੰਦੋਲਨ ਦੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹਦੇ 'ਚ ਬਹੁਤ ਉਤਰਾਅ ਚੜਾਅ ਜਿਹੜੇ ਆ ਉਹ ਆਏ ਹੈਗੇ ਆ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਇੱਕ ਨਵੀਂ ਰੂਹ ਦੇ ਦਿੱਤੀ ਹੈ, ਇੱਕ ਨਵੀਂ ਸਪਿਰਿਟ ਦੇ ਦਿੱਤੀ, ਇੱਕ ਨਵਾਂ ਜੋਸ਼, ਹੁਲਾਰਾ ਨਵਾਂ ਦੇ ਦਿੱਤਾ ਹੈਗਾ। ਆਉਣ ਵਾਲੇ ਦਿਨਾਂ ਵਿੱਚ ਬਹੁਤ ਵਧੀਆ ਖਬਰਾਂ ਜਿਹੜੀਆਂ ਸੁਣਨ ਨੂੰ, ਵੇਖਣ ਨੂੰ ਮਿਲਣਗੀਆਂ। ਜਦੋਂ ਆਪਾਂ ਕੈਨੇਡਾ ਦੇ ਟਾਈਮ ਸੁਬਾਹ ਉੱਠਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਉੱਥੇ ਸਾਰਾ ਦਿਨ ਆ ਜਿਹੜੀਆਂ ਮੀਟਿੰਗਾਂ ਦਾ ਦੌਰ ਚੱਲਦਾ ਰਹਿੰਦਾ। ਉੱਥੇ ਅਨਾਊਂਸਮੈਂਟ ਕਰਦੇ ਆ ਸਾਰੇ ਆਪਣੇ ਜਿਹੜੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਆ, ਬੋਲਦੇ ਹੁੰਦੇ ਆ। ਤਾਂ ਕੀ ਉਹ ਜਿਹੜੇ ਲੰਘਿਆ ਟਾਈਮ ਆ, ਕੁਝ ਘੰਟੇ ਆ, ਉਹਦੇ ਤਾਜ਼ਾ ਹਾਲਾਤ ਕੀ ਆ, ਕੀ ਉਹਨਾਂ ਨੇ ਅਨਾਊਂਸ ਕੀਤਾ, ਕੀ ਨਵੇਂ ਨਿਰਦੇਸ਼ ਦਿੱਤੇ ਹੋਏ ਆ, ਉਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਸਾਂਝਾ ਕਰੋ ਜੀ। ਦੇਖੋ, ਜਿਹੜਾ ਬੀਤਿਆ ਦਿਨ ਸੀ ਨਾ ਜੀ, ਜਦੋਂ ਅਸੀਂ ਸੁੱਤੇ ਪਏ ਸੀ ਜੀ, ਤੇ ਦਿੱਲੀ ਦੇ ਵਿੱਚ ਕਿਸਾਨ ਜਿਹੜੇ ਸੀਗੇ ਉਹ ਇੱਕ ਬੜੀ ਫਿਕਰਮੰਦੀ ਦੇ ਨਾਲ ਇਸ ਅੰਦੋਲਨ ਨਾਲ ਜਿਹੜੇ ਜੁੜੇ ਹੋਏ ਆ, ਉਹ ਵੱਖਰੀਆਂ ਮੀਟਿੰਗਾਂ ਕੀਤੀਆਂ ਉਹਨਾਂ ਨੇ, ਬਾਅਦ ਚ ਪ੍ਰੈਸ ਕਾਨਫਰੰਸ ਵੀ ਕੀਤੀਆਂ। ਪਰ ਇਸੇ ਦੌਰਾਨ 2-3 ਘਟਨਾਵਾਂ ਬੜੀਆਂ ਜਿਹੜੀਆਂ ਸੀ ਗੰਭੀਰ ਵਾਪਰੀਆਂ। ਸਭ ਤੋਂ ਪਹਿਲੀ ਘਟਨਾ ਤਾਂ ਵਾਪਰੀ ਹੈ ਜੀ ਗਾਜ਼ੀਪੁਰ ਬਾਰਡਰ ਤੇ। ਜੀ, ਗਾਜ਼ੀਪੁਰ ਬਾਰਡਰ ਯੂਪੀ 'ਚ ਪੈਂਦਾ। ਯੂਪੀ ਵਾਲੇ ਪਾਸਿਓਂ ਕਿਸਾਨ ਜਿਹੜੇ ਆਏ ਉਹਨਾਂ ਨੇ ਉਸ ਬਾਰਡਰ ਤੇ ਆਪਣਾ ਧਰਨਾ ਦਿੱਤਾ ਹੋਇਆ ਪਿਛਲੇ 2 ਮਹੀਨਿਆਂ ਤੋਂ, 26 ਨਵੰਬਰ ਤੋਂ ਲੈ ਕੇ। ਉਸ ਗਾਜ਼ੀਪੁਰ ਬਾਰਡਰ ਦੇ ਉੱਤੇ ਪੁਲਿਸ ਨੇ ਇਹ ਆ ਕੇ ਹੁਕਮ ਚਾੜ ਦਿੱਤਾ ਕਿ ਸਾਨੂੰ ਆਰਡਰ ਹੈ ਕਿ ਤੁਸੀਂ ਖਾਲੀ ਕਰੋ, ਇੱਥੋਂ ਟੈਂਟ ਟੁੰਟ ਪੁੱਟ ਲਓ, ਚੁੱਕ ਲਓ। 26 ਤਰੀਕ ਦੀ ਘਟਨਾ ਕਰਕੇ ਕੁਝ ਲੋਕ ਨਿਰਾਸ਼ ਸੀ। ਬਿਨਾਂ ਸ਼ੱਕ ਇਹ ਇਮਾਨਦਾਰੀ ਨਾਲ ਮੰਨ ਲੈਣਾ ਚਾਹੀਦਾ ਕਿ ਲੋਕਾਂ ਵਿੱਚ ਨਿਰਾਸ਼ਾ ਫੈਲ ਗਈ। ਕਿਉਂ ਫੈਲ ਗਈ? ਉਹਨਾਂ ਨੂੰ ਲੱਗਾ ਕਿ ਜਿਸ ਮਕਸਦ ਦੇ ਵਾਸਤੇ ਅਸੀਂ ਇੱਥੇ ਆਏ ਆ ਉਹ ਤਾਂ ਸਾਈਡ ਟਰੈਕ ਹੋ ਗਈ, ਗੱਲ ਲੀਹੋਂ ਲੱਥ ਗਈ। ਹੁਣ ਦੁਬਾਰਾ ਕਦੋਂ ਆਊਗੀ ਦੇਖੀ ਜਾਊਗੀ। ਹੁਣ ਚਲੋ ਚੱਲੀਏ ਘਰ ਨੂੰ। ਕੁਝ ਲੋਕ ਘਰਾਂ ਨੂੰ ਮੁੜ ਵੀ ਗਏ, ਕੁਛ ਨਹੀਂ ਬਹੁਤੇ ਮੁੜ ਗਏ। ਪਰ ਉਸ ਵੇਲੇ ਇਹ ਵੀ ਹੁਕਮ ਦੇ ਦਿੱਤਾ ਗਿਆ ਸੀਗਾ ਕਿ ਅਸੀਂ ਜਿਹੜੇ ਟਕੈਤ ਹੈਗੇ ਆ ਕਿਸਾਨ ਯੂਨੀਅਨ ਦੇ ਲੀਡਰ, ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਵੀ ਆਇਆ। ਪੁਲਿਸ ਉੱਥੇ ਪਹੁੰਚ ਗਈ ਸੀ। ਨਰੇਸ਼ ਟਕੈਤ ਨੇ ਰਾਕੇਸ਼ ਟਕੈਤ ਨੇ ਆਪਣੇ ਆਪ ਨੂੰ ਆਫਰ ਕਰਤਾ ਕਿ ਠੀਕ ਆ ਜੀ, ਜੇ ਮੇਰੇ ਨਾਲ ਲੋਕ ਹੀ ਹੈ ਨਹੀਂ, ਜੇ ਸਾਡਾ ਅੰਦੋਲਨ ਜਿਹੜਾ ਵਾ ਉਹ ਸਾਈਡ ਟਰੈਕ ਤੇ ਹੋ ਗਿਆ, ਲੀਹੋਂ ਲੱਥ ਗਿਆ, ਤੇ ਮੈਨੂੰ ਗ੍ਰਿਫਤਾਰ ਕਰ ਲਓ। ਪਰ ਗ੍ਰਿਫਤਾਰ ਹੋਣ ਤੋਂ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਸਵਾਲਾਂ ਦੇ ਵਿੱਚੋਂ ਹੀ ਇੱਕ ਨਵਾਂ ਜੋਸ਼ ਉਹਨਾਂ ਨੂੰ ਮਿਲ ਗਿਆ, ਇੱਕ ਨਵਾਂ ਹੁਲਾਰਾ ਮਿਲ ਗਿਆ। ਉਹਨਾਂ ਨੇ ਆਪਣੇ ਮਨ ਭਰ ਕੇ ਇਹ ਗੱਲ ਕਹੀ ਕਿ ਸਾਡੇ ਨਾਲ ਵਤੀਰਾ ਕਿੱਦਾਂ ਦਾ ਕੀਤਾ ਜਾ ਰਿਹਾ, ਕੀ ਅਸੀਂ ਇਸ ਦੇਸ਼ ਦੇ ਵਸਨੀਕ ਨਹੀਂ? ਸਾਡੇ ਲੋਕਾਂ ਨੇ ਇੱਥੇ 2 ਮਹੀਨੇ ਤੋਂ ਧਰਨਾ ਮਾਰਿਆ ਹੋਇਆ, ਸੜਕ ਦੇ ਉੱਤੇ ਅਸੀਂ ਬੈਠੇ ਹੈਗੇ ਆ। ਸਾਡੇ ਨਾਲ ਕਿਹੋ ਜਿਹਾ ਅਣਮਨੁੱਖੀ ਜਿਹੜਾ ਵਤੀਰਾ ਸਰਕਾਰ ਵੱਲੋਂ ਕੀਤਾ ਜਾ ਰਿਹਾ। ਸਾਡੀ ਬਿਜਲੀ ਬੰਦ ਕਰਤੀ, ਸਾਡਾ ਪਾਣੀ ਬੰਦ ਕਰਤਾ। ਇੱਥੇ ਜਦੋਂ ਪਾਣੀ ਵਾਲੀ ਗੱਲ ਆਈ ਤਾਂ ਉਹਨਾਂ ਨੇ ਕਿਹਾ, ਟਕੈਤ ਸਾਹਿਬ ਨੇ, ਕਿ ਹੁਣ ਮੈਂ ਇੱਥੋਂ ਦਾ ਪਾਣੀ ਨਹੀਂ ਪੀਊਂਗਾ, ਮੇਰੇ ਪਿੰਡੋਂ ਪਾਣੀ ਆਊਗਾ। ਉਹ ਅਸਲ 'ਚ ਇੱਕ ਲੁਕਵਾਂ ਇਸ਼ਾਰਾ ਸੀ, ਇੱਕ ਲੁਕਵਾਂ ਸੱਦਾ ਸੀ ਕਿ ਕਿਸਾਨੋ ਤੁਸੀਂ ਮੇਰੇ ਪਿੰਡ ਦੇ ਹੋ, ਇੱਥੋਂ ਆਓ। ਔਰ ਉਹਨਾਂ ਦੀ ਇਸ ਲਲਕਾਰ ਨੂੰ ਸੁਣ ਕੇ ਰਾਤੋਂ ਰਾਤ ਕਿਸਾਨਾਂ ਨੇ ਜਿਹੜਾ ਉੱਥੇ ਵਹੀਰਾਂ ਘੱਤ ਦਿੱਤੀਆਂ। ਪਹਿਲਾਂ ਤਾਂ ਉੱਥੇ ਇਕੱਠੇ ਹੋਏ, ਇਕੱਠੇ ਹੋਣ ਤੋਂ ਬਾਅਦ ਉਹਨਾਂ ਦੇ ਛੋਟੇ ਮਹਾ ਪੰਚਾਇਤ ਸੱਦੀ, ਔਰ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਦਿੱਲੀ ਵੱਲ ਨੂੰ ਵਧਣਾ। ਤੇ ਰਾਤੋਂ ਰਾਤ ਹੀ ਉੱਥੇ ਚੱਲ ਪਏ। ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਲੋਕ ਵੱਡੀ ਗਿਣਤੀ 'ਚ ਜਿਹੜੇ ਸੀਗੇ ਉਹ ਗਾਜ਼ੀਪੁਰ ਬਾਰਡਰ ਤੇ ਪਹੁੰਚ ਗਏ। ਦੂਜੀ ਘਟਨਾ ਜਿਹੜੀ ਵਾਪਰੀ ਉਹ ਸੀ ਸਿੰਧੂ ਬਾਰਡਰ ਤੇ। ਸਿੰਧੂ ਬਾਰਡਰ ਤੇ BJP ਦੇ, RSS ਦੇ ਕੁਝ ਗੁੰਡਿਆਂ ਵੱਲੋਂ ਜਿਹੜਾ ਸੀ ਸ਼ਰੇਆਮ ਪੁਲਿਸ ਦੀ ਰਹਿਨਮਾਈ ਹੇਠ, ਪੁਲਿਸ ਦੀ ਛਤਰ ਛਾਇਆ ਹੇਠ ਹਮਲਾ ਕਰਤਾ ਕਿਸਾਨਾਂ ਉੱਤੇ। ਉਹਨਾਂ ਦੇ ਕੈਂਪ ਤੋੜਤੇ, ਉਹਨਾਂ ਦੇ ਤੰਬੂ ਉਖਾੜ ਦਿੱਤੇ, ਉਹਨਾਂ ਦੇ ਰਹਿਣ ਬਸੇਰਿਆਂ ਨੂੰ ਜਿਹੜਾ ਢਹਿ ਢੇਰੀ ਕਰ ਦਿੱਤਾ, ਉਹਨਾਂ ਤੇ
ਇੱਟਾਂ ਪੱਥਰ ਜਿਹੜੇ ਚਲਾਏ ਗਏ, ਇਹ ਤਾਂ ਹੁਣ ਗੋਦੀ ਮੀਡੀਆ ਨੂੰ ਵੀ ਮਜਬੂਰ ਹੋ ਕੇ ਗੱਲ ਦਿਖਾਉਣੀ ਪਈ, ਦੱਸਣੀ ਪਈ ਕਿ ਆਹ ਪੁਲਿਸ ਖੜੀ ਆ। ਔਰ ਜਿਹੜੇ ਬਾਹਰੋਂ ਆਏ ਲੋਕ ਹੈ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਲੋਕਲ ਹੈ, ਸਥਾਨਕ ਆ, ਉਹ ਸਥਾਨਕ ਅਸਲ 'ਚ ਨਹੀਂ ਨਿਕਲੇ। ਬਾਅਦ 'ਚ ਸਾਬਤ ਹੋ ਗਿਆ ਕਿ ਉਹ ਸਥਾਨਕ ਨਹੀਂ ਸੀ। ਸਥਾਨਕ ਲੋਕਾਂ ਨੇ ਤਾਂ ਪਿਆਰ ਹੀ ਬੜਾ ਕੀਤਾ, ਬਹੁਤ ਕੀਤਾ ਪਿਆਰ। ਸਥਾਨਕ ਲੋਕਾਂ ਨੇ ਤਾਂ ਕਿਹਾ ਜਦੋਂ ਦੇ ਕਿਸਾਨ ਇੱਥੇ ਆਏ ਸਾਡੀ ਜ਼ਿੰਦਗੀ ਦੇ ਵਿੱਚ ਨਿਖਾਰ ਹੀ ਨਵਾਂ ਆ ਗਿਆ। ਉਹ ਤਾਂ ਇੱਥੋਂ ਤੱਕ ਵੀ ਪਹੁੰਚ ਗਏ ਸੀਗੇ ਕਿ ਆਪਸ ਵਿੱਚ ਰਿਸ਼ਤੇਦਾਰੀਆਂ ਪਾਲੀਆਂ ਉਹਨਾਂ ਨੇ। ਉਹਦਾ ਕਹਿੰਦੇ ਵੀ ਕਿ ਸਾਡੀ ਕੁੜੀ ਦਾ ਵਿਆਹ ਵਾ ਅਗਲੇ ਮਹੀਨੇ ਤੇ ਤੁਸੀਂ ਸਾਡੇ ਵਿਆਹਾਂ 'ਚ ਆਉਣਾ। ਪੰਜਾਬ ਵਾਲੇ ਕਹਿੰਦੇ ਬਿਲਕੁਲ ਜੀ। ਉਹਨਾਂ ਦੇ ਬੱਚਿਆਂ ਨੂੰ ਜਿਹਦੀ ਕੋਈ ਚਾਚੀ ਬਣ ਗਈ, ਕੋਈ ਤਾਈ ਬਣ ਗਈ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀਗਾ, ਉਹਨਾਂ ਦੇ ਬੱਚਿਆਂ ਨੂੰ ਕੱਪੜੇ ਦਿੱਤੇ ਗਏ, ਉਹਨਾਂ ਨੂੰ ਡਾਕਟਰੀ ਸਹੂਲਤਾਂ ਦਿੱਤੀਆਂ ਗਈਆਂ, ਉਹਨਾਂ ਨੂੰ ਜ਼ਿੰਦਗੀ ਜੀਣ ਦਾ ਇੱਕ ਨਵਾਂ ਤਰੀਕਾ ਦੱਸਿਆ ਗਿਆ। ਠੀਕ ਹੈ ਜੀ। ਇਸ ਤਰੀਕੇ ਦਾ ਜਿਹੜਾ ਉਹਨਾਂ ਦਾ ਪ੍ਰੇਮ ਪਿਆਰ ਬਣ ਗਿਆ ਸੀ, ਉਹ ਕਦੋਂ ਮੁਖਾਲਫਤ ਕਰਨ ਵਾਲੇ ਸੀ? ਠੀਕ ਹੈ ਜੀ। ਉਹਨਾਂ ਦੀ ਆਮਦਨੀ ਵੀ ਵੱਧ ਗਈ, ਉਹਨਾਂ ਦੀ ਛੋਟੀਆਂ ਦੁਕਾਨਦਾਰਾਂ ਦਾ ਜਿਹੜਾ ਸੀ ਭਲਾ ਹੋਣ ਲੱਗ ਪਿਆ, ਉਹ ਕਦੀ ਵੀ ਮੁਖਾਲਫਤ ਨਹੀਂ ਸੀ ਕਰ ਸਕਦੇ। ਇਹ ਪਹਾੜੇ ਦੇ ਲਿਆਂਦੇ ਹੋਏ ਸੀਗੇ ਲੋਕ ਜਿਨ੍ਹਾਂ ਨੇ ਇਹ ਹਰਕਤ ਕੀਤੀ। ਪਰ ਜਦੋਂ ਕਿਸਾਨਾਂ ਨੇ ਵੀ ਅੱਗੋਂ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਮਿਲਿਆ। ਬਿਨਾਂ ਸ਼ੱਕ ਕਿਸਾਨਾਂ ਨੂੰ ਦਾ ਨੁਕਸਾਨ ਹੋਇਆ ਬਹੁਤ, ਉਹਨਾਂ ਦੇ ਸੱਟਾਂ ਲੱਗੀਆਂ, ਜ਼ਖਮੀ ਹੋਏ, ਫੱਟੜ ਹੋਏ, ਔਰ ਬਹੁਤ ਵੱਡਾ ਜਿਹੜਾ ਸੀ ਉਹਨਾਂ ਦਾ ਟੈਂਟਾਂ ਦਾ ਨੁਕਸਾਨ ਹੋਇਆ। ਪਰ ਸਰਕਾਰ ਦੀ ਚਾਲ ਵੀ ਨੰਗੀ ਹੋਈ, ਉਹਨਾਂ ਦੀ ਸਾਜ਼ਿਸ਼ ਵੀ ਨੰਗੀ ਹੋਈ। ਤੀਜੀ ਘਟਨਾ ਵਾਪਰੀ ਟਿਕਰੀ ਬਾਰਡਰ ਤੇ। ਟਿਕਰੀ ਬਾਰਡਰ ਤੇ ਪਿਛਲੇ ਪਾਸੇ, ਫਰੰਟ ਵੱਲੋਂ ਨਹੀਂ, ਇਹ ਦੂਜੇ ਦੋਨਾਂ ਬਾਰਡਰਾਂ ਤੇ ਫਰੰਟ ਵੱਲੋਂ ਜਿਹੜਾ ਸੀ ਹੋਇਆ। ਇਹ ਬੈਕ ਸਾਈਡ ਤੋਂ, ਪਿਛਲੇ ਸਾਈਡ ਪਾਸਿਓਂ 10-15 ਕਿਲੋਮੀਟਰ ਪਿੱਛੋਂ ਇੱਕ ਹਮਲਾ ਕੀਤਾ ਗਿਆ। ਜਦੋਂ ਕਿਸਾਨ ਅਚਨਚੇਤੀ ਪਏ ਸੀ, ਬੈਠੇ ਸੀਗੇ, ਉਹਨਾਂ ਨੂੰ ਚਿੱਤ-ਚੇਤੇ ਵੀ ਨਹੀਂ ਸੀ ਸਾਡੇ ਨਾਲ ਏਦਾਂ ਹੋ ਸਕਦੀ। ਹਾਲਾਂਕਿ ਟਿਕਰੀ ਬਾਰਡਰ ਤੇ ਚੌਕਸੀ ਦੂਜੇ ਬਾਰਡਰਸ ਨਾਲੋਂ ਜ਼ਿਆਦਾ ਕਿਸਾਨ ਉੱਥੋਂ ਤੇ ਜ਼ਿਆਦਾ ਚੌਕਸੀ ਕਰ ਰਹੇ। ਮੈਂ ਨਹੀਂ ਕਹਿੰਦਾ ਕਿ ਘੱਟ, ਦੂਜੇ ਘੱਟ ਕਰ ਰਹੇ, ਪਰ ਉੱਥੇ ਕਿਸੇ ਹੱਦ ਤੱਕ ਜੋਗਿੰਦਰ ਗੁਰਾਹਾਂ ਦੀ ਅਗਵਾਈ ਹੇਠਲੀ ਕਿਸਾਨ ਯੂਨੀਅਨ ਜਿਹੜੀ ਹੈਗੀ ਆ, ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ, ਉਹ ਵੱਧ ਚੌਕਸ ਹੈ। ਉਹਨਾਂ ਨੇ ਚੌਕਸੀ ਜਿਹੜੀ ਸੀ, ਜੇ ਉਹ ਨਾ ਹੁੰਦੀ ਤੇ ਸ਼ਾਇਦ ਉੱਥੇ ਵੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ, ਪਰ ਉਹ ਛੇਤੀ ਉਹ ਗੁੰਡੇ ਭਜਾ ਦਿੱਤੇ ਗਏ। ਇਹ 3 ਘਟਨਾਵਾਂ ਹੋਈਆਂ ਜੀ। ਉਦੋਂ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਬਕਾਇਦਗੀ ਨਾਲ ਪ੍ਰੈਸ ਕਾਨਫਰੰਸ ਕੀਤੀ। ਪਹਿਲਾਂ ਮੀਟਿੰਗ ਕੀਤੀ, ਫਿਰ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਸਾਰੀ ਘਟਨਾਕ੍ਰਮ ਦਾ ਵੀ ਬਿਆਨ ਕੀਤਾ ਤੇ ਨਾਲ ਦੀ ਨਾਲ ਆਪਦੇ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਜੋ ਪਹਿਲ ਕਦਮੀਆਂ ਹੁਣ ਕੀਤੀਆਂ ਜਾ ਰਹੀਆਂ, ਜੋ ਯੋਜਨਾਵਾਂ ਬਣਾਈਆਂ ਜਾ ਰਹੀਆਂ, ਉਹਦਾ ਖੁਲਾਸਾ ਵੀ ਕੀਤਾ ਜੀ। ਹਰ ਇੱਕ ਅੱਖ ਨੇ ਦੇਖਿਆ ਹੰਝੂ ਡਿੱਗਦਾ ਮੇਰੀ ਅੱਖ 'ਚੋਂ, ਪਰ ਇਹਨਾਂ ਡਿੱਗਦੇ ਹੰਝੂਆਂ ਨੂੰ ਸਮਝਣ ਵਾਲੀ ਕੋਈ ਅੱਖ ਨਾ ਦਿਖੀ। ਤੁਸੀਂ ਮੇਰਾ ਇਸ਼ਾਰਾ ਸ਼ਾਇਦ ਮੈਂ ਸਮਝ ਗਿਆ ਜੀ, ਸਮਝ ਗਏ ਹੋਵੋਗੇ। ਅੱਜ ਦਾ ਹੀਰੋ ਜੇ ਆਪਾਂ ਗੱਲ ਕਰੀਏ ਤਾਂ ਰਕੇਸ਼ ਟਕੈਤ। ਬਿਲਕੁਲ ਜੀ। ਮੈਨੂੰ ਨਹੀਂ ਲੱਗਦਾ ਕਿ ਕੱਲ ਜਦੋਂ ਉਹਨਾਂ ਨੇ ਮਨ ਭਰ ਕੇ ਉਹ ਇੰਟਰਵਿਊ ਕੀਤੀ ਤੇ ਉਹ ਵੀਡੀਓ ਕੁਝ ਕੁ ਮਿੰਟਾਂ ਸਕਿੰਟਾਂ ਦੇ ਵਿੱਚ ਇੰਨੀ ਕੁ ਵਾਇਰਲ ਹੋ ਗਈ, ਪੂਰੀ ਦੁਨੀਆ 'ਚ ਚਲੀ ਗਈ, ਪੂਰੀ ਦੁਨੀਆ ਦੇ ਵਿੱਚ ਉਹ ਚਲੀ ਗਈ। ਤੇ ਮੈਂ ਇਹ ਦਾਅਵੇ ਨਾਲ ਵੀ ਕਹਿ ਸਕਦਾ ਕਿ ਉਸ ਨਮ ਅੱਖਾਂ ਦੇ ਨਾਲ ਹਜ਼ਾਰਾਂ ਲੱਖਾਂ ਅੱਖਾਂ ਹੋਰ ਨਮ ਹੋਈਆਂ ਹੋਣਗੀਆਂ। ਤੁਹਾਡੀਆਂ ਵੀ ਹੋਈਆਂ ਹੋਣਗੀਆਂ ਤੇ ਸ਼ਾਇਦ ਮੇਰੀਆਂ ਵੀ ਹੋਈਆਂ ਹੋਣਗੀਆਂ। ਅੱਜ ਦੇ ਹੀਰੋ ਕੀ ਉਹਦੇ ਹੰਝੂਆਂ ਦਾ ਮੁੱਲ, ਜੇ ਉਹਨਾਂ ਨੇ ਭਾਵੁਕ ਹੋ ਕੇ ਚਾਹੇ ਕੀਤੇ ਆ, ਚਾਹੇ ਜਿਵੇਂ ਮਰਜ਼ੀ ਹੰਝੂ ਉਹਨਾਂ ਨੇ ਕੇਰੇ ਆ, ਤਾਂ ਉਹਨਾਂ ਹੰਝੂਆਂ ਦਾ ਮੁੱਲ ਹੁਣ ਜਿਹੜੀ ਇਹ ਕਮਿਊਨਿਟੀ ਆ, ਇਹ ਭਾਈਚਾਰਾ, ਇਹ ਕਿਸਾਨੀ ਅੰਦੋਲਨ ਦਾ, ਉਹਨਾਂ ਦੇ ਹੰਝੂਆਂ ਦਾ ਮੁੱਲ ਤਾਰਨਾ ਚਾਹੀਦਾ, ਤਾਰਨਗੇ। ਕੀ ਤੁਸੀਂ ਇਹ ਸਾਰੇ ਅੱਜ ਦੇ ਹੀਰੋ ਬਾਰੇ ਤੁਸੀਂ ਕੀ ਉੱਥੋਂ ਦੇ ਵਿਚਾਰ ਦਿੰਦੇ? ਦੇਖੋ, ਰਕੇਸ਼ ਟਕੈਤ ਜਿਹੜੇ ਜੀ, ਉਹ ਇੱਕ ਸਧਾਰਨ ਵਿਅਕਤੀ ਨਹੀਂ ਹੈ ਜੀ। ਅੰਦੋਲਨ ਦੇ ਵਿੱਚ ਹਿੱਸਾ ਲੈਣਾ, ਕੁਰਬਾਨੀਆਂ ਦੇਣੀਆਂ, ਸ਼ਹਾਦਤਾਂ ਦੇਣੀਆਂ, ਲੋਕਾਂ ਦੇ ਨਾਲ ਖੜਨਾ, ਉਹਨਾਂ ਦਾ ਜੱਦੀ ਪੁਸ਼ਤੀ ਕੰਮ ਹੈ। ਕੰਮ ਨਹੀਂ, ਉਹਨਾਂ ਦਾ ਵਿਰਾਸਤ ਮਿਲਿਆ ਹੋਇਆ, ਉਹਨਾਂ ਦੇ ਪਿਓ ਦਾਦੇ ਵੀ। ਬਿਲਕੁਲ ਜੀ। ਉਹਨਾਂ ਦੇ ਪਿਤਾ ਜੀ ਮਹਿੰਦਰ ਸਿੰਘ ਟਕੈਤ ਇੱਕੋ ਇੱਕ ਲੀਡਰ ਹੁੰਦੇ ਸੀ, ਕੋਈ ਕੰਟਰਾਡਿਕਸ਼ਨ ਨਹੀਂ ਕਿਸੇ ਨਾਲ, ਕੋਈ ਉਹਨਾਂ ਨੂੰ ਇਹ ਨਹੀਂ ਸੀ ਕਹਿੰਦੇ ਕਿ ਇਹ ਲੀਡਰ ਨਹੀਂ, ਇੱਕੋ ਇੱਕ ਲੀਡਰ। ਮੈਂ ਇੱਕ ਪਿਕਚਰ ਵੇਖ ਰਿਹਾ ਸੀਗਾ ਜੀ, ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਇੰਡੀਆ ਦੇ, ਤੇ ਮਹਿੰਦਰ ਸਿੰਘ ਟਕੈਤ ਨੇ ਮਜਬੂਰੀ ਬਣਾ ਦਿੱਤੀ ਕਿ ਉਹਨਾਂ ਦੀ ਗੱਲ ਸੁਣੀ ਜਾਵੇ, ਕਿਸਾਨਾਂ ਦੀ ਗੱਲ ਸੁਣੀ ਜਾਵੇ। ਹੁਣ ਪ੍ਰਧਾਨ ਮੰਤਰੀ ਨੇ ਖੁਦ ਨਹੀਂ ਜਾਣਾ ਹੁੰਦਾ ਕਿਸਾਨਾਂ ਕੋਲ, ਇਹ ਗੱਲ ਪੱਕੀ ਜੀ। ਠੀਕ ਹੈ ਜੀ। ਨਾ ਮੋਦੀ ਨੇ ਕਦੀ ਬਾਰਡਰ ਤੇ ਆਉਣਾ, ਨਾ ਕਿਸੇ ਮੀਟਿੰਗ 'ਚ ਆਉਣਾ। ਇਸੇ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਨੇ ਵੀ ਨਹੀਂ ਸੀ ਆਉਣਾ। ਪਰ ਡਾਕਟਰ ਮਨਮੋਹਨ ਸਿੰਘ ਨੂੰ ਪਤਾ ਸੀਗਾ ਕਿ ਜੇ ਮੈਂ ਇਸ ਲੀਡਰ ਦੀ ਗੱਲ ਨਾ ਸੁਣੀ ਤੇ ਇਹ ਬੜੀ ਭਾਰੀ ਪੈ ਸਕਦੀ। ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਨੂੰ ਆਪਣੇ ਘਰ ਸੱਦਿਆ ਕਿ ਮੈਂ ਤੈਨੂੰ ਸੱਦਾ ਦਿੰਦਾ, ਮੇਰੇ ਘਰ ਆ ਜੀ। ਔਰ ਮਹਿੰਦਰ ਸਿੰਘ ਟਕੈਤ ਨੇ ਜਿਹੜੀਆਂ ਖਰੀਆਂ ਡਾਕਟਰ ਮਨਮੋਹਨ ਸਿੰਘ ਜਿਹੜੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੀ ਸੁਣਾਈਆਂ, ਇਹ ਜਿਹੜਾ ਖੂਨ 'ਚ ਹੁੰਦਾ ਨਾ ਜੀ, ਜੋਸ਼ ਹੁੰਦਾ,
ਇਹ ਉਹਨਾਂ ਦੇ ਪੁੱਤਰਾਂ ਵਿੱਚ ਵੀ ਹੈ ਜੀ, ਔਰ ਉਹਨਾਂ ਦੀ ਪੁੱਤਰਾਂ ਦੀ ਬਦੌਲਤ ਇਹ ਅੰਦੋਲਨ ਜਿਹੜਾ ਖੇਰੂ ਹੋਣ ਦਾ ਖਤਰਾ ਬਣ ਗਿਆ ਸੀ। ਬਿਲਕੁਲ ਜੀ। ਉਹ ਜੇ ਤੁਸੀਂ ਕੱਲ ਦੀ ਸਿਚੁਏਸ਼ਨ ਦੇਖਦੇ ਸੀ ਤੇ ਸਾਰਿਆਂ ਦੇ ਮਨਾਂ 'ਚ ਇੱਕ ਵਾਰੀ ਇਹ ਹੋ ਗਿਆ ਸੀ ਵੀ ਹੱਥੋਂ ਜਿਹੜੀ ਹੈਗੀ ਆ ਉਹ ਲਗਾਮ ਨਿਕਲ ਗਈ। ਉਸ ਤੋਂ ਕੁਝ ਕੁ ਮਿੰਟਾਂ ਲੋਕ ਤਾਂ ਹਲੇ ਕਿਆਸ ਰਾਈਆਂ ਟਰਾਲੀਆਂ ਜਾ ਵੀ ਰਹੀਆਂ ਸੀ, ਭਾਵੇਂ ਉਹ 26 ਜਨਵਰੀ ਲਈ ਹੀ ਆਈਆਂ ਸੀ, ਉਹ ਜਾਣਾ ਉਹਨਾਂ ਦਾ ਚਲੇ ਜਾਣਾ ਸੀਗਾ। ਪਰ ਜਿਹੜੇ ਬੰਦੇ ਅੱਜ ਚਲੇ ਗਏ ਉਹ ਮੁੜ ਕੇ ਕਈ ਵਾਰੀ ਨਹੀਂ ਆਉਂਦੇ, ਹੌਸਲਾ ਨਹੀਂ ਬਣਦਾ, ਮੁੜ ਕੇ ਹੌਸਲਾ ਨਹੀਂ ਬਣਦਾ। ਤੁਸੀਂ ਅੱਜ ਸੋਸ਼ਲ ਮੀਡੀਆ ਖੋਲ ਕੇ ਦੇਖ ਸਕਦੇ ਹੋ, ਵਹੀਰਾਂ ਘੱਤ ਕੇ ਫਿਰ ਇਧਰ ਨੂੰ ਆ ਰਹੇ ਆ ਇਹਦੇ ਅੰਦੋਲਨ ਦੇ ਵਾਲੇ ਪਾਸੇ। ਤੇ ਬਹੁਤ ਸਾਰੇ ਲੋਕ ਉਹਨਾਂ ਦੀ ਮਦਦ ਲਈ ਦੂਸਰੇ ਬਾਰਡਰਾਂ ਤੋਂ ਟਕੈਤ ਵਾਲੇ ਜਿਹੜੇ ਉੱਥੇ ਸੀਗਾ ਗਾਜ਼ੀਪੁਰ ਬਾਰਡਰ ਤੇ ਸੀਗੇ, ਉਧਰ ਨੂੰ ਵੀ ਰੱਖ ਹੱਥਦੀਆਂ ਵੀ ਤੁਸੀਂ ਕਾਇਮ ਹੋ ਜਾਓ, ਅਸੀਂ ਸਾਰੇ ਬਾਰਡਰਾਂ ਵਾਲੇ ਤੁਹਾਡੇ ਨਾਲ ਆ। ਪਰ ਇੱਥੇ ਇਹ ਕਹਿਣਾ ਜ਼ਰੂਰ ਬਣਦਾ ਕਿ ਲੋਕਾਂ ਨੂੰ ਵੀ ਇਸ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਮੂਹਰੇ ਲੱਗ ਕੇ ਹੈਗਾ ਉਹਨਾਂ ਦਾ ਮੁੱਲ ਪਾਉਣਾ ਚਾਹੀਦਾ। ਕੀ ਤੁਸੀਂ ਇਸ ਬਾਰੇ? ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਤੁਸੀਂ ਕਿਹਾ ਕਿ ਉਹਨਾਂ ਨੇ ਇੱਕ ਅਪੀਲ ਕੀਤੀ ਕਹਿ ਲਓ, ਜਾਂ ਉਹਨਾਂ ਨੇ ਇੱਕ ਭਾਵੁਕਤਾ ਵਿੱਚ ਆ ਕੇ ਕੁਝ ਗੱਲਾਂ ਕਹੀਆਂ ਕਿ ਸਾਡੇ ਨਾਲ ਅਣਮਨੁੱਖੀ ਵਤੀਰਾ ਹੋ ਰਿਹਾ ਤੇ ਸਰਕਾਰ ਸਾਡੇ ਨਾਲ ਸਾਡੀਆਂ ਮੰਗਾਂ ਮੰਨਣ ਦੀ ਬਜਾਏ, ਸਾਡੀ ਗੱਲ ਸੁਣਨ ਦੀ ਬਜਾਏ ਸਾਨੂੰ ਜਿਹੜੀਆਂ ਮੁੱਢਲੀਆਂ ਇੱਕ ਇਨਸਾਨ ਨੂੰ ਲੋੜਾਂ ਹੁੰਦੀਆਂ ਉਹ ਵੀ ਖਤਮ ਕਰ ਰਹੀ ਆ। ਬਿਜਲੀ ਵੀ ਬੰਦ, ਪਾਣੀ ਵੀ ਬੰਦ, ਇੰਟਰਨੈਟ ਵੀ ਬੰਦ, ਸਹੂਲਤਾਂ ਤਾਂ ਸਰਕਾਰ ਨੇ ਕੀ ਦੇਣੀਆਂ ਸੀ, ਸਗੋਂ ਜਿਹੜਾ ਇਹੋ ਜਿਹਾ ਵੀ ਪ੍ਰਬੰਧ ਹੋ ਸਕਦਾ ਬੇਸਿਕ ਲੋੜਾਂ ਵਾ ਉਹ ਵੀ ਖਤਮ ਕੀਤੀਆਂ ਜਾ ਰਹੀਆਂ। ਇਸ ਉਹਨਾਂ ਦੀ ਅਪੀਲ ਨੇ ਬਹੁਤ ਵੱਡਾ ਅਸਰ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਸੀ ਗਾਜ਼ੀਪੁਰ ਬਾਰਡਰ ਤੇ ਆਏ ਜੀ। ਉਸ ਤੋਂ ਬਾਅਦ ਤੁਸੀਂ ਦੇਖੋ ਜੀ, ਗੁਰਨਾਮ ਸਿੰਘ ਚਡੂਨੀ ਜਿਹੜੇ ਹਰਿਆਣਾ ਦੇ ਬਹੁਤ ਵੱਡੇ ਕਦਾਵਰ ਲੀਡਰ ਹੈ ਕਿਸਾਨਾਂ ਦੇ, ਉਹਨਾਂ ਨੇ ਵੀ ਇੱਕ ਅਪੀਲ ਕੀਤੀ। ਉਹਨਾਂ ਨੇ ਅਪੀਲ ਵਿੱਚ ਦੋ ਪੱਖ ਰੱਖੇ। ਇੱਕ ਪੱਖ ਤਾਂ ਉਹਨਾਂ ਰੱਖਿਆ ਕਿ ਕਿਸਾਨ ਭਰਾਓ, ਜਿਹੜੀ ਹਰਿਆਣਾ ਸਰਕਾਰ ਤੁਹਾਨੂੰ ਇਹ ਕਹਿ ਰਹੀ ਆ ਕਿ ਟੋਲ ਪਲਾਜ਼ੇ ਖਾਲੀ ਕਰ ਦਿਓ, ਬਿਲਕੁਲ ਨਹੀਂ ਕਰਨੇ ਖਾਲੀ। ਬਿਲਕੁਲ ਕਾਰਪੋਰੇਟ ਘਰਾਣਿਆਂ ਦੇ ਸ਼ੋਰੂਮਾਂ ਦੇ ਮੋਹਰੋਂ ਧਰਨੇ ਨਹੀਂ ਚੁੱਕਣੇ। ਬੇਸ਼ੱਕ ਜੋ ਮਰਜ਼ੀ ਹੋ ਜਾਏ, ਮਰ ਜਾਓ ਬੇਸ਼ੱਕ, ਪਰ ਤੁਸੀਂ ਬੀਜੇਪੀ ਦੇ ਲੀਡਰਾਂ ਦਾ ਜੀਣਾ ਹਰਾਮ ਕਰ ਦਿਓ, ਉਹਨਾਂ ਨੂੰ ਘਰੋਂ ਨਿਕਲਣਾ ਬੰਦ ਕਰ ਦਿਓ, ਉਹਨਾਂ ਦੀਆਂ ਸਰਗਰਮੀਆਂ ਬੰਦ ਕਰ ਦਿਓ। ਜਿੱਦਾਂ ਤੁਸੀਂ ਪਹਿਲਾਂ ਮੁੱਖ ਮੰਤਰੀ ਦਾ 2 ਵਾਰੀ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਉਹਦੇ ਆਪਦੇ ਹਲਕੇ 'ਚ ਨਹੀਂ ਉਤਰਨ ਦਿੱਤਾ, ਇਸ ਮੁਹਿੰਮ ਨੂੰ ਉਸੇ ਤਰ੍ਹਾਂ ਜਾਰੀ ਰੱਖੋ। ਔਰ ਜਿੰਨੇ ਹੋ ਸਕਦੇ ਵੱਧ ਤੋਂ ਵੱਧ ਦਿੱਲੀ ਵੀ ਆਓ, ਔਰ ਦਿੱਲੀ ਵੱਲ ਨੂੰ ਵੀ ਹੀਰਾ ਕੱਤ ਦਿੱਤੀਆਂ ਹਰਿਆਣਾ ਨੇ। ਪੰਜਾਬ ਵਿੱਚ ਤਾਂ ਪਹਿਲਾਂ ਹੀ ਇਸ ਤਰ੍ਹਾਂ ਦੀ ਮਾਹੌਲ ਹੈਗਾ ਬਣਿਆ ਹੋਇਆ। ਪੰਜਾਬ ਦੇ ਵਿੱਚੋਂ ਅੱਜ ਵੀ ਉਸੇ ਤਰੀਕੇ ਨਾਲ ਲੋਕੀ ਆ ਰਹੇ, ਜਾ ਵੀ ਰਹੇ ਸੀ ਵਾਪਸ, ਜਾ ਉਹੀ ਰਹੇ ਜਿਹੜੇ ਤੁਸੀਂ ਜ਼ਿਕਰ ਕੀਤਾ, ਜਿਹੜੇ ਸਿਰਫ 26 ਤਰੀਕ ਦੀ ਜਿਹੜੀ ਉਹ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਆਏ ਸੀ, ਉਹ ਮੁੜ ਗਏ। ਉਹ ਹੋ ਸਕਦਾ ਥੋੜੇ ਦਿਨਾਂ ਬਾਅਦ ਫੇਰ ਆ ਜਾਏ। ਹੁਣ ਮੈਂ ਜਿਹੜੀ ਗੱਲ ਇੱਕ ਬੜੀ ਇੰਪੋਰਟੈਂਟ ਕਰਨੀ ਚਾਹੁੰਦਾ, ਜਦੋਂ 26 ਤਰੀਕ ਦਾ ਅੰਦੋਲਨ ਡੀਰੇਲ ਹੋਇਆ ਜੀ, ਡੀਰੇਲ ਇੱਕ ਕੁਝ ਲੋਕਾਂ ਨੇ ਉਸ ਸਾਰੇ ਕੁਛ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇਹਦਾ ਮੂੰਹ ਮਹਾਂਦਰਾ ਬਦਲਣ ਦੀ ਕੋਸ਼ਿਸ਼ ਕੀਤੀ, ਜੋ ਸਰਕਾਰ ਚਾਹੁੰਦੀ ਸੀ। ਸਰਕਾਰ ਦੇ ਹੀ ਅਸਲ ਵਿੱਚ ਉਹ ਖਰੀਦੇ ਹੋਏ ਬੰਦੇ ਆ, ਠੀਕ ਹੈ ਜੀ। ਉਹ ਜਿਸ ਤਰੀਕੇ ਨਾਲ ਚਾਹੁੰਦੇ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਕਰਨ ਦੀ, ਔਰ ਮੀਡੀਆ ਨੇ ਜਿਹੜਾ ਨੈਸ਼ਨਲ ਮੀਡੀਆ, ਜਿਹਨੂੰ ਗੋਦੀ ਮੀਡੀਆ ਕਹਿ ਲਓ, ਮੋਦੀ ਮੀਡੀਆ ਕਹਿ ਲਓ, ਉਹਨਾਂ ਨੇ ਵੀ ਉਸ ਤਰੀਕੇ ਨਾਲ ਪ੍ਰਚਾਰ ਕੀਤਾ ਤੇ ਲੋਕਾਂ ਦੇ ਵਿੱਚ ਇੱਕ ਇਹੋ ਜਿਹੀ ਗੱਲ ਬਣ ਗਈ ਕਿ ਇਹ ਅੰਦੋਲਨ ਹੁਣ ਤੱਕ ਖਤਮ ਹੋਣ ਲੱਗਾ। ਠੀਕ ਆ, ਅਸੀਂ ਵੀ ਬੈਠੇ ਸੋਚਦੇ ਸੀਗੇ ਕਿ ਹੁਣ ਦੁਬਾਰਾ ਗੱਡੀ ਲੀਹ ਤੇ ਲਿਆਉਣ ਦੇ ਲਈ 2 4 6 ਮਹੀਨੇ ਲੱਗ ਸਕਦੇ ਆ, ਲੱਗਣਗੇ। ਹੋ ਸਕਦਾ ਲੀਡਰਸ਼ਿਪ ਨੂੰ ਬੈਕ ਫੁੱਟ ਤੇ ਜਾ ਕੇ ਪਿੰਡਾਂ ਵਿੱਚ ਦੁਬਾਰਾ ਜਾ ਕੇ ਆਪਦਾ ਪੱਖ ਸਪਸ਼ਟ ਕਰਨਾ ਪਵੇ, ਆਪਦਾ ਪੱਖ ਰੱਖਣਾ ਪਵੇ, ਫਿਰ ਲੋਕਾਂ 'ਚ ਦੁਬਾਰਾ ਜੋਸ਼ ਭਰਨਾ ਪਵੇ, ਫਿਰ ਦਿੱਲੀ ਵੱਲ ਨੂੰ ਦੁਬਾਰਾ ਆਉਣਗੇ। ਜਾਂ ਹੋ ਸਕਦਾ ਕਿ ਜਿਹੜੇ ਦਿੱਲੀ ਦੇ 3-4 ਬਾਰਡਰਾਂ ਦੇ ਉੱਤੇ ਲੋਕ ਬੈਠੇ ਆ, ਇਹਨਾਂ ਦੀ ਗਿਣਤੀ ਕੁਛ ਹਜ਼ਾਰਾਂ ਤੱਕ ਹੀ ਰਹਿ ਜਾਏ, ਕਿਤੇ 500 700 ਹਜ਼ਾਰ ਰਹਿ ਜਾਏ, ਕਿਤੇ 2000 ਹੋ ਜਾਏ, ਕਿਤੇ 5000 ਵੀ ਹੋ ਜਾਏਗੀ। ਪਰ ਕੁਝ ਮਿੰਟਾਂ ਸਕਿੰਟਾਂ ਵਿੱਚ, ਇੱਕੋ ਦਿਨ ਵਿੱਚ, ਕੁਝ ਪਲਾਂ ਵਿੱਚ, ਮਿੰਟਾਂ ਸਕਿੰਟਾਂ ਦੀ ਮੈਂ ਗੱਲ ਕਰ ਰਿਹਾ ਕਿ ਉਹ ਜਿਹੜੀ ਰਕੇਸ਼ ਟਕੈਤ ਨੇ ਇੱਕ ਅਪੀਲ ਕੀਤੀ ਜਾਂ ਇੱਕ ਭਾਵੁਕ ਅਪੀਲ ਕੀਤੀ, ਉਹਦਾ ਸੱਟਾ ਸੀਗਾ ਕਿ ਲੋਕ ਦੁਬਾਰਾ ਜੋਸ਼ ਵਿੱਚ ਆ ਗਏ। ਲੋਕੀ ਉਸੇ ਜੋਸ਼ ਨਾਲ, ਉਸੇ ਅਕੀਦੇ ਨਾਲ, ਉਹਨਾਂ ਹੀ ਮੰਗਾਂ ਦੇ ਉੱਤੇ ਕੇਂਦਰਿਤ ਕਰਕੇ ਆਪਣੇ ਆਪ ਨੂੰ ਬਾਰਡਰਾਂ ਤੇ ਆ ਗਏ। ਹੁਣ ਆਉਣ ਵਾਲੇ ਦਿਨਾਂ ਵਿੱਚ ਉਹ ਨਵੀਆਂ ਜਿਹੜੀਆਂ ਆਪਦੀਆਂ ਹੈਗੀਆਂ ਗਤੀਵਿਧੀਆਂ ਉਹ ਸ਼ੁਰੂ ਕਰਨਗੇ ਔਰ ਆਪਦਾ ਪ੍ਰੋਗਰਾਮ ਦੇਣਗੇ। ਇਸ ਅੰਦੋਲਨ ਨੂੰ ਹੁਣ ਫੇਰ ਨਵਾਂ ਜਵਾਨ ਹੁੰਦੇ ਤੁਸੀਂ ਆਪਾਂ ਦੇਖਾਂਗੇ ਸਾਰਿਆਂ ਨੂੰ, ਕਿ ਉਹ ਤੁਹਾਡੇ ਵਿਚਾਰ ਅਧੀਨ ਕੀ ਲੱਗ ਰਿਹਾ ਤੁਹਾਨੂੰ ਵੀ ਇਹ ਕਿੰਨਾ ਕੁ ਸਮਾਂ ਹੋਰ ਇਹਨੂੰ ਲੱਗ ਸਕਦਾ ਵੀ ਉਸੇ ਸਥਿਤੀ, ਕਿਉਂਕਿ ਛਾਨਣੀ ਲੱਗ ਗਈ ਹੁਣ, ਇਹ ਆਪਾਂ ਮੰਨ ਸਕਦੇ ਆ ਕਿ ਅੰਦੋਲਨ ਨੂੰ ਛਾਨਣੀ ਲੱਗ ਗਈ। ਪਰ ਅਜੇ ਵੀ ਭਿੰਡਰ ਸਾਹਿਬ
ਜਿਹੜੀ ਚੌਕਸੀ ਰੱਖਣੀ ਬਹੁਤ ਜ਼ਰੂਰੀ ਹੈ। ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਆ, ਪਹਿਲਾਂ ਵੀ ਹੁੰਦੇ ਸੀਗੇ, ਜਿਨ੍ਹਾਂ ਬਾਰੇ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਰਹੇ ਹਾਂ ਕਿ ਇਹਨਾਂ ਤੋਂ ਤੁਹਾਨੂੰ ਚੌਕਸ ਰਹਿਣ ਦੀ ਲੋੜ ਆ, ਬਚਾਅ ਰੱਖਣ ਦੀ ਲੋੜ ਆ। ਅੱਜ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਵਿੱਚ ਪੈਨੀਟ੍ਰੇਟ ਕਰ ਸਕਦੇ, ਦਖਲਅੰਦਾਜ਼ੀ ਕਰ ਸਕਦੇ, ਉਹਨਾਂ ਤੋਂ ਬਚਣ ਦੀ ਲੋੜ ਹੈ। ਪਰ ਨਾਲ ਦੀ ਨਾਲ ਇਹ ਹੈ ਕਿ ਜਿਹੜਾ ਇਹ ਸੀਗਾ ਕਿ ਜੇ 26 ਤਰੀਕ ਵਾਲੀ ਇਹ ਲਾਲ ਕਿਲ੍ਹੇ ਵਾਲੀ ਘਟਨਾ ਨਾ ਹੁੰਦੀ, ਵੈਲ ਡਿਸਪਲਿਨਡ ਵੇ ਨਾਲ ਜਿੱਦਾਂ ਪਲਾਨ ਕੀਤਾ ਸੀ ਉਸ ਤਰੀਕੇ ਨਾਲ ਰੈਲੀ ਹੁੰਦੀ, ਤੇ ਉਸ ਤੋਂ ਅਗਲੀ ਜਿਹੜੀ ਸੀਗੀ ਕਾਰਵਾਈ ਕੀ ਸੀਗੀ, 1 ਤਰੀਕ ਨੂੰ ਪਾਰਲੀਮੈਂਟ ਵੱਲ ਮਾਰਚ, ਸਰਕਾਰ ਦੇ ਨੱਕ 'ਚ ਦਮ ਆ ਜਾਣਾ ਸੀਗਾ। ਦੁਨੀਆ ਦੀ ਕੋਈ ਤਾਕਤ ਨਹੀਂ ਸੀਗੀ ਜਿਹੜੀ ਇਹ ਕਿਸਾਨਾਂ ਦੇ ਅੰਦੋਲਨ ਨੂੰ ਅੱਗੇ ਵਧਣ ਤੋਂ ਰੋਕ ਦਿੰਦੀ। ਅੱਜ ਉਹ ਹਾਲਤ ਤਾਂ ਹੁਣ ਏਡੀ ਫੌਰੀ ਛੇਤੀ ਬਣਨ ਦੀ ਸੰਭਾਵਨਾ ਤਾਂ ਨਹੀਂ ਹੈਗੀ, ਪਰ ਕਿਸਾਨ ਬੜੇ ਸਿਆਣੇ ਆ। ਕਿਸਾਨਾਂ ਦੀ ਲੀਡਰਸ਼ਿਪ ਨੂੰ ਪਤਾ ਹੈ ਕਿ ਅਸੀਂ ਇਸ ਮਾਹੌਲ ਨੂੰ ਕਿਵੇਂ ਕਬਜ਼ੇ 'ਚ ਰੱਖਣਾ, ਕਾਬੂ 'ਚ ਰੱਖਣਾ। ਉਹਨਾਂ ਨੇ ਕਾਬੂ 'ਚ ਰੱਖਣਾ। ਰਕੇਸ਼ ਟਕੈਤ ਦੇਖੋ, ਇੱਕ ਛੋਟੀ ਜਿਹੀ ਗੱਲ, ਅਜੇ ਉਹ ਬੋਲ ਹੀ ਰਹੇ ਸੀਗੇ ਤੇ ਉੱਥੇ ਜਿਹੜੀ ਮਹਾਪੰਚਾਇਤ ਇਕੱਠੇ ਹੋਣੇ ਸ਼ੁਰੂ ਹੋ ਗਏ ਲੋਕ। ਠੀਕ ਹੈ ਜੀ, ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਪਤਾ ਹੈਗਾ ਕਿ ਅਸੀਂ ਆਪਦੇ ਅੰਦੋਲਨ ਨੂੰ ਕਾਬੂ ਕਿਵੇਂ ਰੱਖਣਾ, ਕਿਹੜੇ ਵੇਲੇ ਕਿਹੜਾ ਗੇਅਰ ਪਾਉਣਾ। ਠੀਕ ਹੈ ਜੀ, ਬੈਕ ਗੇਅਰ ਤਾਂ ਅਜੇ ਤੱਕ ਪਾਇਆ ਨਹੀਂ। ਹਾਂ, ਆਪਦੀ ਸਪੀਡ ਵੀ ਘਟਾ ਲਈ ਆ, ਤੇ ਕਈ ਵਾਰ ਜਦੋਂ ਸਪੀਡ ਘਟਦੀ ਹੁੰਦੀ ਉਦੋਂ ਗੇਅਰ ਵੀ ਛੋਟਾ ਕਰਨਾ ਪੈਂਦਾ। ਟੌਪ ਗੇਅਰ ਨਹੀਂ ਚੱਲਦਾ। ਠੀਕ ਹੈ ਜੀ, ਉਹ ਕੈਨੇਡਾ ਵਾਲੀਆਂ ਕਾਰਾਂ ਨਹੀਂ ਹੈਗੀਆਂ ਜਿੱਥੇ ਵੀ ਆਟੋ ਗੇਅਰ ਹੈਗੇ, ਉੱਥੇ ਗੇਅਰ ਪਾਉਣੇ ਪੈਂਦੇ। ਹੁਣ ਤਾਂ ਕਾਰਾਂ ਉੱਥੇ ਵੀ ਇਦਾਂ ਦੀਆਂ ਆ ਗਈਆਂ। ਸੋ ਮਤਲਬ ਛੋਟਾ ਗੇਅਰ ਕੀਤਾ ਹੋਇਆ। ਇਹ ਆਟੋ ਗੇਅਰ ਜਿਹੜਾ ਵਾ, ਜੇ ਆਟੋ ਗੇਅਰ ਵਾਲੀਆਂ ਕਾਰਾਂ ਵਾ ਤਾਂ ਸਪੀਡ ਛੇਤੀ ਫੜ ਜਾਣਗੀਆਂ, ਤੇ ਜੇ ਆਪ ਗੇਅਰ ਪਾਉਣ ਵਾਲੀ ਹੈਗੀ ਤਾਂ ਟੌਪ ਗੇਅਰ ਛੇਤੀ ਪੈ ਜਾਊਗਾ, ਪਰ ਸਮਾਂ ਜ਼ਰੂਰ ਲੱਗੂਗਾ। ਕੱਲ ਉਹਨਾਂ ਨੇ, ਪੁਲਿਸ ਨੇ ਇੱਕ ਹੋਰ ਦਾ ਖੇਡਣ ਦੀ ਕੋਸ਼ਿਸ਼ ਕੀਤੀ ਕਿ ਡਰਾਵਾ ਦੇ ਦਿਓ। ਹਜ਼ਾਰਾਂ ਲੱਖਾਂ ਦੇ ਕਰੀਬ ਉਹਨਾਂ ਨੇ ਪੁਲਿਸ ਫੋਰਸ ਆ ਜਿਹੜੀ ਉਹ ਤਾਇਨਾਤ ਕਰਤੀ, ਫੌਜ ਤਾਇਨਾਤ ਕਰਤੀ। ਠੀਕ ਹੈ, CRPF ਹੋ ਸਕਦੀ ਹੈ ਜਾਂ ਹਨਾ, ਫੌਜ ਉੱਥੇ ਲਾਤੀ ਉਹਨਾਂ ਨੇ ਕਿ ਅੰਦੋਲਨ ਦੇ ਲੋਕ ਜਿਹੜੇ ਚਲਾ ਰਹੇ ਆ ਉਹਨਾਂ ਦੇ ਮਨਾਂ ਉੱਤੇ ਅਜਿਹਾ ਛਾਪ ਜੀ ਛੱਡੀ ਜਾਵੇ ਵੀ ਲੋ ਜੀ ਹੁਣ ਤਾਂ ਇਹਨਾਂ ਨੇ ਰਾਤ ਨੂੰ ਘੰਟੇ ਇੱਕ ਦੇ ਵਿੱਚ ਲਾਠੀ ਚਾਰਜ ਐਕਸ਼ਨ ਕਰ ਦੇਣਾ। ਠੀਕ ਆ, ਪਰ ਅਜਿਹਾ ਹੋਇਆ ਨਹੀਂ। ਉਹ ਪਿੱਛੇ ਜੇ ਤੁਸੀਂ ਦੇਖਿਆ ਹੋਊ ਤੇ ਉਹ ਗੱਡੀਆਂ ਵਾਪਸ ਨੂੰ ਲਿਜਾਂਦੇ ਦੇਖੇ ਗਏ ਆ। ਕੀ ਤੁਸੀਂ ਇਹ ਚਾਲ ਜਿਹੜੀ ਸਰਕਾਰ ਦੀ ਚੱਲ ਰਹੀ ਹੈ ਇਹਦੇ ਬਾਰੇ? ਦੇਖੋ, ਸਰਕਾਰ ਆਪਦੇ ਮਿਸ਼ਨ ਵਿੱਚ ਲੱਗੀ ਹੋਈ ਹੈ। ਉਹਨਾਂ ਦਾ ਪਹਿਲਾ ਮਿਸ਼ਨ ਇਹ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਅੰਦੋਲਨ ਨੂੰ ਪਾੜ ਦਿੱਤਾ ਜਾਵੇ, ਇਹਨਾਂ 'ਚ ਫੁੱਟ ਪਾਤੀ ਜਾਵੇ। ਉਹ 'ਚ ਉਹਨਾਂ ਨੂੰ ਕਾਮਯਾਬੀ ਪਹਿਲਾਂ ਨਹੀਂ ਮਿਲੀ, ਪਰ ਅਖੀਰ ਤੇ ਉਹ ਕਾਮਯਾਬ ਹੋ ਗਏ। ਠੀਕ ਹੈ ਜੀ, ਉਸ ਤੋਂ ਬਾਅਦ ਉਹਨਾਂ ਦਾ ਸੀਗਾ ਕਿ ਕਿਸਾਨਾਂ ਦੇ ਆਗੂਆਂ ਨੂੰ ਡਰਾਇਆ ਜਾਵੇ, ਇਹਨਾਂ ਤੇ ਮੁਕੱਦਮੇ ਦਰਜ ਕੀਤੇ ਜਾਣ, ਕੇਸ ਦਰਜ ਕੀਤੇ ਜਾਣ, ਇਹਨਾਂ ਨੂੰ ਇਹ ਕਿਹਾ ਜਾਵੇ ਕਿ ਤੁਹਾਡੇ ਅਸੀਂ ਪਾਸਪੋਰਟ ਰੱਖ ਲੈਣੇ ਆ, ਲੁੱਕ-ਆਊਟ ਨੋਟਿਸ ਜਾਰੀ ਕਰ ਦੇਣੇ ਆ। ਏਦਾਂ ਦੀਆਂ ਮਤਲਬ ਕਾਰਵਾਈਆਂ ਉਹ ਨਾਲੋਂ ਨਾਲ ਚੱਲਦੀਆਂ ਰਹਿੰਦੀਆਂ ਹੁੰਦੀਆਂ। ਪਰ ਕਿਸਾਨਾਂ ਨੂੰ ਜਾਂ ਜਿਹੜੇ ਵੀ ਸੰਘਰਸ਼ ਕਰਦੇ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਕੋਈ ਬੜੀ ਵੱਡੀ ਗੱਲ ਨਹੀਂ, ਪਰਚੇ ਦਰਜ ਹੋਣੇ ਇਹਨਾਂ ਦੇ ਆਮ ਹੀ ਹੁੰਦੇ ਰਹਿੰਦੇ। ਠੀਕ ਹੈ ਜੀ, ਔਰ ਫਿਰ ਵੀ ਮੈਂ ਸਮਝਦਾ, ਹਾਲਾਂਕਿ ਕੁਝ ਖਬਰਾਂ ਪੰਜਾਬ ਦੇ ਵਿੱਚੋਂ, ਪਿੰਡਾਂ 'ਚੋਂ, ਕੁਛਾਂ 'ਚੋਂ ਆ ਰਹੀਆਂ ਕਿ ਕੁਝ ਨੌਜਵਾਨ ਜਿਹੜੇ ਆ ਉਹ ਗੁੰਮ ਹੋ ਗਏ। 26 ਤਰੀਕ ਦੀ ਘਟਨਾ ਤੋਂ ਬਾਅਦ ਲੱਭ ਨਹੀਂ ਰਹੇ, ਵਾਪਸ ਨਹੀਂ ਮੁੜੇ ਘਰਾਂ ਨੂੰ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈਗਾ ਕਿ 200 ਦੇ ਲਗਭਗ ਨੌਜਵਾਨ ਜਿਹੜੇ ਉਹ ਗਾਇਬ ਆ, ਉਹ ਲੱਭੇ ਨਹੀਂ, ਮਿਲੇ ਨਹੀਂ, ਗੁੰਮ ਹੋਏ ਆ। ਬਹੁਤ ਸਾਰੇ ਟਰੈਕਟਰ ਜਿਹੜੇ ਆ, ਬਹੁਤ ਸਾਰੇ ਵਹੀਕਲ ਹੋਰ ਆ, ਉਹ ਵਾਪਸ ਨਹੀਂ ਆਏ, ਪਤਾ ਨਹੀਂ ਕਿੱਥੇ। ਇਦਾਂ ਦੀ ਫਿਰ ਵੀ ਇਹਦੇ ਬਾਵਜੂਦ ਵੀ ਬਹੁਤ ਵੱਡੀਆਂ ਮੰਦਭਾਗੀਆਂ ਘਟਨਾਵਾਂ ਹੋਣ ਤੋਂ ਬਚ ਗਏ। ਕਿਤੇ ਬਹੁਤ ਵੱਡੀ ਕਤਲੋਗਾਰਦ ਨਹੀਂ ਹੋ ਗਈ। ਇਹ ਜਿਹੜਾ ਸੀ ਬਚਾਅ ਹੋ ਗਿਆ। ਜੇ ਉਹ ਹੋ ਜਾਂਦੀ ਤੇ ਅੰਦੋਲਨ ਦਾ ਜਿਹੜਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ। ਇਸ ਗੱਲੋਂ ਬਚਾਅ ਹੋ ਗਿਆ। ਬਚਾਅ ਕਿਉਂ ਹੋ ਗਿਆ? ਕਿਉਂਕਿ ਕਿਸਾਨੀ ਲੀਡਰਸ਼ਿਪ ਜਿਹੜੀ ਸੀ ਬੜੀ ਸਿਆਣੀ ਸੀ। ਉਹਨੂੰ ਪਤਾ ਸੀਗਾ ਕਿ ਕਿਵੇਂ ਹੈਂਡਲ ਕਰਨਾ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕੁਝ ਲੋਕ ਜਿਹੜੇ ਹੈਗੇ ਆ ਗੁੰਮਰਾਹ ਹੋ ਕੇ ਜਾਂ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਉਹ ਲਾਲ ਕਿਲ੍ਹੇ ਵੱਲ ਨੂੰ ITO ਦੇ ਥਰੂ ਜਿਹੜੇ ਉਧਰ ਨੂੰ ਜਾ ਰਹੇ ਹੈਗੇ ਆ, ਤੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਕਿ ਉਹਨਾਂ ਨੂੰ ਮੋੜਿਆ ਜਾਵੇ ਤੇ ਬਾਕੀ ਅੰਦੋਲਨ ਜਿਹੜਾ ਵਾ ਉਹਨੂੰ ਬਰਕਰਾਰ ਰੱਖਿਆ ਜਾਵੇ ਉਸੇ ਤਰੀਕੇ ਨਾਲ। ਠੀਕ ਹੈ ਜੀ, ਔਰ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਦਿੱਲੀ ਦੇ ਵਿੱਚ ਜਦੋਂ ਵੱਖਰੀਆਂ ਕਲੋਨੀਆਂ ਵਿੱਚੋਂ, ਵੱਖਰੇ ਪਿੰਡਾਂ ਦੇ ਮੋਹਰਿਓਂ, ਹਾਈਵੇ ਦੇ ਅੱਗੋਂ ਕਿਸਾਨਾਂ ਦੇ ਜਿਹੜਾ ਟਰੈਕਟਰ ਟਰਾਲੀਆਂ ਲੰਘੇ ਹੈਗੇ ਆ, ਲੋਕਾਂ ਨੇ ਕਿੰਨੀ ਉਹਨਾਂ ਦੇ ਫੁੱਲਾਂ ਦੀ ਵਰਖਾ ਕੀਤੀ ਹੈ, ਉਹਨਾਂ ਦੇ ਗਲਾਂ 'ਚ ਸਰੋਪੇ ਪਾਏ ਆ, ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ। ਇਸ ਤਰੀਕੇ ਦੀ ਜਿਹੜੀ ਸੀ ਲੋਕਾਂ ਦੇ ਵਿੱਚ ਉਤਸ਼ਾਹ ਸੀ, ਕਿਸਾਨਾਂ ਪ੍ਰਤੀ ਜਿਹੜੀ ਸੀ ਇੱਜ਼ਤ ਸੀ, ਮਾਣ ਸੀ, ਉਹਨਾਂ ਦਾ ਸਨਮਾਨ ਕੀਤਾ ਉਹਨਾਂ ਨੇ ਕਿਸਾਨਾਂ ਦਾ। ਇਹ ਰਹਿਣਾ, ਇਹ ਰਹੂਗਾ। ਪੁਲਿਸ ਲੱਖ ਜ਼ੋਰ ਲਾ ਲਵੇ, ਅੱਜ ਪੁਲਿਸ ਨੂੰ ਪਤਾ ਲੱਗ ਗਿਆ ਕਿ ਕਿਸਾਨੀ ਵਿੱਚ ਤਾਕਤ ਬਹੁਤ ਆ, ਇਹਨਾਂ 'ਚ ਹਿੰਮਤ ਬਹੁਤ ਆ, ਡਿਸਪਲਿਨ ਵੀ ਹੈਗਾ, ਇਹਨਾਂ ਵਿੱਚ ਇੱਕ ਮੁੱਠਤਾ ਵੀ ਹੈਗੀ ਆ। ਪੁਲਿਸ ਨੂੰ ਵਾਪਸ ਜਾਣਾ ਪਊਗਾ। ਆਖਰੀ ਕੁਐਸਚਨ ਆ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ
ਕਿ ਜਿਹੜੀਆਂ ਤੁਸੀਂ ਦੇਖਿਆ ਕਿ FIR ਹੋਈਆਂ ਸਾਰਿਆਂ ਕਿਸਾਨ ਆਗੂਆਂ ਤੇ, ਕੀ ਪੁਲਿਸ ਉਹਨਾਂ ਦੇ ਕੋਈ ਐਕਸ਼ਨ ਲੈ ਸਕਦੀ ਆ ਰਾਤ ਬਰਾਤੇ, ਜਾਂ ਕੋਈ ਉਹਨਾਂ ਨੂੰ ਗ੍ਰਿਫਤਾਰੀ ਜਾਂ ਕੋਈ ਇਦਾਂ ਦਾ ਐਕਸ਼ਨ? ਇੰਨੀ ਹਿੰਮਤ ਨਹੀਂ ਕਰਦੀ ਭਿੰਡਰ ਸਾਹਿਬ, ਇੰਨੀ ਹਿੰਮਤ ਨਹੀਂ ਕਰ ਸਕਦੀ ਪੁਲਿਸ ਕਿ ਉਹਨਾਂ ਨੂੰ ਕੈਂਪਾਂ 'ਚੋਂ ਚੱਕ ਕੇ ਲੈ ਜਾਊਗੀ। ਠੀਕ ਹੈ ਜੀ। ਉਹ ਜਿਹੜੇ FIR ਦਰਜ ਕਰਨ ਦੀ ਗੱਲ, ਕੇਸ ਮੁਕੱਦਮੇ ਦਰਜ ਕਰਨ ਦੀ ਗੱਲ, ਉਹ ਡਰਾਵਾ ਸਰਕਾਰਾਂ ਦਿੰਦੀਆਂ ਹੀ ਹੁੰਦੀਆਂ। ਕਿਸਾਨਾਂ ਨੂੰ ਵੀ ਪਤਾ, ਸਰਕਾਰ ਨੂੰ ਵੀ ਪਤਾ, ਸਾਨੂੰ ਤੁਹਾਨੂੰ ਵੀ ਪਤਾ। ਠੀਕ ਹੈ ਜੀ। ਪਰ ਇੰਨੀ ਹਮਾਕਤ, ਇੰਨੀ ਬੇਵਕੂਫੀ ਸਰਕਾਰ ਨਹੀਂ ਕਰੂਗੀ। ਜੇ ਕਰੂਗੀ ਤਾਂ ਖਮਿਆਜ਼ਾ ਭੁਗਤੂਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਨਵੀਆਂ ਜਾਣਕਾਰੀਆਂ ਲੈਣ ਲਈ ਤੁਹਾਨੂੰ ਫਿਰ ਅਸੀਂ ਸੱਦਾ ਪੱਤਰ ਦੇਵਾਂਗੇ ਜੀ। ਤੁਹਾਡੀਆਂ ਸੇਵਾਵਾਂ ਅਸੀਂ ਲੈਂਦੇ ਰਵਾਂਗੇ। ਇਹ ਸਨ ਜੀ MP ਸਿੰਘ ਜੀ। ਅਸੀਂ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੀ ਪਲ ਪਲ ਦੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਰਦੇ ਵੀ ਰਵਾਂਗੇ। ਤੁਸੀਂ ਦੇਖਦੇ ਰਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼। ਥੈਂਕ ਯੂ।